ਬਾਬਾ ਮਹਾਂ ਹਰਨਾਮ ਸਿੰਘ ਜੀ ਇੱਕ ਚੋਰਨੀ ਨੂੰ ਰਾਣੀ ਦਾ ਖਿਤਾਬ ਬਖਸ਼ਿਆ। ਡੇਰੇ ਦੇ ਲੰਗਰ ਵਿੱਚ ਪ੍ਰਸ਼ਾਦਾ ਵਰਤ ਰਿਹਾ ਵੇਖ ਕੇ ਦੋ ਜਵਾਨ ਆਦਮੀ ਤੇ ਇੱਕ ਉਹਨਾਂ ਦੀ ਮੁਟਿਆਰ ਭੈਣ ਪ੍ਰਸ਼ਾਦਾ ਛਕਣ ਲਈ ਆਏ, ਪਰ ਸੇਵਕ ਨੇ ਉਹਨਾਂ ਨੂੰ ਇਹ ਹੁਕਮ ਬਗੈਰ ਨਹੀਂ ਮਿਲਣਾ ਕਿਹਾ। ਪਹਿਲਾਂ ਬਾਬਾ ਜੀ ਪਾਸੋਂ ਆਗਿਆ ਲੈ ਕੇ ਆਉਣੀ ਪਵੇਗੀ। ਇਹ ਤਿੰਨੇ ਹੀ ਬਾਬਾ ਜੀ ਦੇ ਦਰਸ਼ਨ ਕਰਨ ਲਈ ਟਿੱਬੇ ਵੱਲ ਜਾਣ ਲੱਗੇ ਤਾਂ ਸੇਵਕ ਨੇ ਬਾਬਾ ਜੀ ਪਾਸ ਬੇਨਤੀ ਕੀਤੀ, ਮਹਾਰਾਜ, ਇੱਕ ਲੜਕੀ ਜਿਸ ਦੇ ਪਾਸ ਇੱਕ ਸੋਟੀ ਲੋਹੇ ਦੇ ਪੁੱਲਰੇ ਵਾਲੀ ਹੈ, ਦਰਸ਼ਨ ਕਰਨ ਅਤੇ ਲੰਗਰ ਛਕਣ ਦੀ ਆਗਿਆ ਲੈਣੀ ਚਾਹੁੰਦੀ ਹੈ। ਹਜ਼ੂਰ, ਬਾਬਾ ਜੀ ਨੇ ਹੁਕਮ ਦਿੱਤਾ, ਆਉਣ ਦਿਓ। ਬਾਬਾ ਜੀ ਲੋਹਾ ਮੱਥੇ ਨਹੀਂ ਲਾਉਂਦੇ ਸਨ, ਪਰ ਇਸ ਨੂੰ ਸੋਟੀ ਵੀ ਨਾਲ ਲੈ ਕੇ ਆਉਣ ਲਈ ਕਹਿ ਦਿੱਤਾ। ਸੇਵਕ ਨੇ ਉਹਨਾਂ ਨੂੰ ਬਾਬਾ ਜੀ ਦਾ ਹੁਕਮ ਸੁਣਾ ਦਿੱਤਾ। ਤਿੰਨੇ ਉੱਪਰ ਟਿੱਲਾ ਸਾਹਿਬ ਨੂੰ ਚਲੇ ਗਏ। ਬਾਬਾ ਜੀ ਨੇ ਪੁੱਛਿਆ, ਕੌਣ ਹੋ, ਕਿੱਥੋਂ ਆਏ ਹੋ, ਕੀ ਕੰਮ ਕਰਦੇ ਹੋ? ਮੁੰਡੇ ਤਾਂ ਬੋਲੇ ਨਹੀਂ। ਉਹਨਾਂ ਦੀ ਭੈਣ ਬੋਲੀ, ਮਹਾਰਾਜ, ਮੇਰਾ ਨਾਮ ਗਾਮਾ ਹੈ, ਇਹ ਮੇਰੇ ਭਰਾ ਹਨ, ਅਸੀਂ ਚੋਰ ਹਾਂ, ਸਾਡਾ ਕੰਮ ਚੋਰੀ ਕਰਨਾ ਹੈ। ਦਿਨ ਦੇ ਵਕਤ ਮੈਂ ਮੰਗਣ ਦੇ ਬਹਾਨੇ ਘਰ ਦੀਆਂ ਜਨਾਨੀਆਂ ਕੋਲ ਚਲੀ ਜਾਂਦੀ ਹਾਂ ਤੇ ਨਿਗਾਹ ਕਰ ਆਉਂਦੀ ਹਾਂ ਕਿ ਕੰਧ ਨੂੰ ਕਿਸ ਥਾਂ ਤੋਂ ਪਾੜ ਯਾਨੀ ਸੰਨ ਲੱਗ ਸਕਦੀ ਹੈ ਤੇ ਆਪਣਾ ਗੁਜ਼ਾਰਾ ਕਰਦੇ ਹਾਂ। ਅਸੀਂ ਜਾਤ ਤੋਂ ਸਾਂਸੀ ਹਾਂ। ਪਾਤਸ਼ਾਹ ਨੇ ਬਚਨ ਕੀਤਾ, ਇਹ ਜੋ ਸੋਟੀ ਤੇਰੇ ਪਾਸ ਹੈ ਸਾਨੂੰ ਦੇ ਦੇ। ਮਹਾਰਾਜ, ਤੁਸੀਂ ਇਸ ਤੋਂ ਚੰਗੀ ਬਣਵਾ ਲਵੋਗੇ, ਇਹ ਤਾਂ ਮੈਂ ਕੁੱਤੇ ਬਿੱਲੇ ਲਈ ਰੱਖੀ ਹੈ। ਗਾਮਾ ਨੇ ਜਵਾਬ ਦਿੱਤਾ, ਇਹ ਸੋਟੀ ਸਾਨੂੰ ਦੇ ਦੇ, ਅਸੀਂ ਇਸ ਤੋਂ ਕੰਮ ਲਿਆ ਕਰਾਂਗੇ, ਤੈਨੂੰ ਇਸ ਸੋਟੀ ਦੇ ਬਦਲੇ ਰਾਣੀ ਬਣਾ ਦਿਆਂਗੇ। ਹਜ਼ੂਰ ਨੇ ਬਚਨ ਕੀਤਾ। ਗਾਮਾ ਨੇ ਸੋਟੀ ਦਿੱਤੀ। ਹਜ਼ੂਰ ਨੇ ਬਚਨ ਕੀਤਾ, ਜਾ, ਰਾਣੀ ਬਣ ਗਈ। ਲੰਗਰ ਛਕਣ ਉਪਰੰਤ ਉਹ ਤਿੰਨੇ ਚਲੇ ਗਏ। ਕੁਝ ਦਿਨਾਂ ਬਾਅਦ ਹੀ ਉਹ ਬਹਾਵਲਪੁਰ ਰਿਆਸਤ ਵਿੱਚ ਚੋਰੀ ਕਰਨ ਦੇ ਕੰਮ ਨੂੰ ਕਰਨ ਲੱਗੇ। ਇੱਕ ਦਿਨ ਮੌਕੇ 'ਤੇ ਹੀ ਚੋਰੀ ਕਰਦੇ ਫੜੇ ਗਏ। ਮੁਕੱਦਮਾ ਚੋਰੀ ਦਾ ਚੱਲਿਆ ਤੇ ਕੈਦ ਹੋ ਗਈ। ਤਿੰਨਾਂ ਨੂੰ ਬਹਾਵਲਪੁਰ ਜੇਲ੍ਹ ਵਿੱਚ ਬੰਦ ਕਰ ਦਿੱਤਾ। ਇੱਕ ਦਿਨ ਨਵਾਬ ਬਹਾਵਲਪੁਰ ਜੇਲ੍ਹ ਦਾ ਮੁਆਇਨਾ ਕਰਨ ਆਇਆ। ਜਦ ਨਵਾਬ ਗਾਮਾ ਦੀ ਬੈਰਕ ਅੱਗੇ ਪਹੁੰਚਿਆ ਤਾਂ ਇਹਦੀ ਸੁੰਦਰਤਾ ਨੂੰ ਵੇਖ ਕੇ ਉੱਥੇ ਰੁਕ ਗਿਆ ਤੇ ਜੇਲ੍ਹ ਅਧਿਕਾਰੀਆਂ ਨੂੰ ਪੁੱਛਣ ਲੱਗਾ, ਇਹ ਲੜਕੀ ਕੌਣ ਹੈ, ਇਹ ਕਿਸ ਦੋਸ਼ ਵਿੱਚ ਕੈਦ ਕੱਟ ਰਹੀ ਹੈ? ਅਧਿਕਾਰੀ ਨੇ ਜਵਾਬ ਦਿੱਤਾ, ਜਨਾਬ, ਇਹ ਲੜਕੀ ਤੇ ਇਹਦੇ ਦੋ ਭਰਾ ਚੋਰੀ ਦੇ ਕੇਸ ਵਿੱਚ ਕੈਦ ਕੱਟ ਰਹੇ ਹਨ। ਨਵਾਬ ਨੇ ਹੁਕਮ ਦਿੱਤਾ, ਇਹਨੂੰ ਤੁਰੰਤ ਰਿਹਾ ਕਰਕੇ ਮੇਰੇ ਮਹਿਲਾਂ ਵਿੱਚ ਭੇਜ ਦਿੱਤਾ ਜਾਵੇ। ਮੈਂ ਇਸ ਨਾਲ ਨਿਕਾਹ ਕਰਾਂਗਾ, ਇਹ ਮੇਰੀ ਬੇਗਮ ਬਣੇਗੀ। ਹੁਕਮ ਦੀ ਤੁਰੰਤ ਤਾਮੀਲ ਕੀਤੀ ਜਾਵੇ। ਬੰਦੀਖਾਨੇ ਤੋਂ ਮਹਿਲਾਂ ਵਿੱਚ ਪੁੱਜ ਗਈ। ਨਵਾਬ ਨੇ ਕਾਜੀ ਬੁਲਾ ਕੇ ਨਿਕਾਹ ਕਰਾ ਲਿਆ। ਗਾਮਾ ਰਾਣੀ ਬਣ ਗਈ। ਮਹਾਂਪੁਰਖਾਂ ਦਾ ਬਚਨ ਅਟੱਲ ਸੀ, ਪ੍ਰਤੱਖ ਰੂਪ ਵਿੱਚ ਸਾਹਮਣੇ ਆ ਗਿਆ। ਹਾਰ ਸ਼ਿੰਗਾਰ ਲੱਗਿਆ ਹੋਇਆ ਹੈ। ਮਨ ਬਾਬਾ ਜੀ ਦੇ ਚਰਨਾਂ ਵਿੱਚ ਸਿਜਦਾ ਹੋ ਰਿਹਾ ਹੈ। ਅਥਰੂ ਪਿਆਰ ਨਾਲ ਚਰਨਾਂ ਨੂੰ ਮਨ ਦੀ ਕਲਪਨਾ ਰਾਹੀਂ ਧੋ ਰਹੇ ਹਨ। ਗੁਰਮੁਖਾਂ ਅੱਗੇ ਸੱਚ ਬੋਲਣ ਦੀ ਪਦਵੀ ਮਿਲੀ। ਨਵਾਬ ਨੂੰ ਕਹਿ ਕੇ ਆਪਣੇ ਭਰਾ ਵੀ ਰਿਆ ਕਰਾ ਲਏ ਤੇ ਉਹਨਾਂ ਨੂੰ ਇੱਕ ਪਿੰਡ ਗੁਜ਼ਾਰੇ ਲਈ ਦੇ ਦਿੱਤਾ। ਮਹਿਲਾਂ ਵਿੱਚ ਰਹਿੰਦੀ ਹੋਈ ਵੀ ਸਤਿਗੁਰਾਂ ਦੇ ਬਚਨ ਹਰ ਵੇਲੇ ਯਾਦ ਰੱਖਦੀ। ਇੱਕ ਦਿਨ ਸਾਰੀ ਹਕੀਕਤ ਨਵਾਬ ਨੂੰ ਸੁਣਾ ਦਿੱਤੀ। ਉਸਨੂੰ ਵੀ ਬਾਬਾ ਜੀ ਦੇ ਦਰਸ਼ਨ ਕਰਨ ਲਈ ਪ੍ਰੇਰਿਆ। ਕੁਝ ਸਮੇਂ ਬਾਅਦ ਦੋਨੋਂ ਪਤੀ ਪਤਨੀ ਬਾਬਾ ਜੀ ਦੇ ਦਰਸ਼ਨ ਕਰਨ ਲਈ ਪੁੱਚੋ ਕਲਾ ਪਹੁੰਚ ਗਏ। ਸੇਵਕ ਪਾਸ ਅਰਜ਼ੋਈ ਕੀਤੀ ਕਿ ਪਾਤਸ਼ਾਹ ਦੇ ਦਰਸ਼ਨ ਕਰਨੇ ਹਨ। ਸੇਵਕ ਨੇ ਬਾਬਾ ਜੀ ਅੱਗੇ ਉਹਨਾਂ ਦੀ ਅਰਜ਼ਗੁਜ਼ਾਰੀ ਦਾ ਹੁਕਮ ਮਿਲਿਆ, ਆ ਜਾਣ ਦਿਓ। ਨਵਾਬ ਤੇ ਬੇਗਮ ਨਮਸਕਾਰ ਕਰਕੇ ਬੈਠ ਗਏ। ਹਜ਼ੂਰ ਨੇ ਤੱਕ ਕੇ ਬਚਨ ਕੀਤਾ, ਬਣ ਗਈ ਨਾ ਰਾਣੀ, ਆ ਪਈ ਹੈ ਤੇਰੀ ਸੋਟੀ, ਇਸ ਨੇ ਰਾਣੀ ਬਣਾ ਦਿੱਤਾ ਹੈ ਤੈਨੂੰ, ਪਰ ਇਹ ਹੁਣ ਸਾਡੇ ਕੋਲ ਹੀ ਰਹੇਗੀ। ਬੇਗਮ ਨੇ ਅੱਗੇ ਹੋ ਕੇ ਕੁਝ ਮਾਇਆ ਭੇਟ ਕਰਨੀ ਚਾਹੀ, ਪਰ ਹਜ਼ੂਰ ਨੇ ਰੋਕ ਦਿੱਤਾ, ਕਿਉਂਕਿ ਉਸ ਦੇ ਮਨ ਦੀ ਭਾਵਨਾ ਅੰਤਰਜਾਮਤਾ ਦੀ ਨਜ਼ਰ ਨਾਲ ਦੇਖ ਲਈ ਸੀ ਕਿ ਇਹ ਮੁੰਡਾ ਚਾਹੁੰਦੀ ਹੈ। ਬਚਨ ਕੀਤਾ, ਮੁੰਡਾ ਅਜੇ ਨਹੀਂ ਹੋਏਗਾ। ਦਰਸ਼ਨ ਕਰਨ ਉਪਰੰਤ ਮੁੜ ਗਏ। ਦੂਜੀ ਵਾਰ ਫੇਰ ਆਈ। ਹਜ਼ੂਰ ਨੇ ਫਿਰ ਬਚਨ ਕੀਤਾ, ਅਜੇ ਕੋਈ ਮੁਸਲਾ ਤੁਹਾਡੇ ਘਰ ਨਹੀਂ ਜੰਮਦਾ। ਉਹਨੇ ਵੀ ਪੱਲਾ ਨਹੀਂ ਛੱਡਿਆ, ਕਿਉਂਕਿ ਉਸਨੇ ਪ੍ਰਤੱਖ ਵੇਖ ਲਿਆ ਸੀ ਕਿ ਇਹ ਪੂਰਨ ਮਹਾਂਪੁਰਖ ਸਰਬ ਸ਼ਕਤੀਮਾਨ ਹਨ। ਹਜ਼ੂਰ ਨੇ ਪ੍ਰਸੰਨਤਾ ਅੰਦਰ ਬਚਨ ਕੀਤਾ, ਹੁਣ ਬਚਨ ਹੋਏਗਾ। ਸ਼ਹਿਨਸ਼ਾਹ ਪਾਸੋਂ ਮਿੱਠੀਆਂ ਮੁਰਾਦਾਂ ਲੈ ਕੇ ਵਾਪਸ ਚਲੀ ਗਈ। ਸਾਲ ਬਾਅਦ ਘਰ ਪੁੱਤ ਹੋ ਗਿਆ। ਚੌਥੀ ਵਾਰ ਝੋਲੀਆਂ ਭਰ ਕੇ ਦਰਸ਼ਨ ਕਰਨ ਲਈ ਆਈ ਤੇ ਨਾਲ ਹੀ ਕੁਝ ਭੇਟਾ ਲੈ ਆਈ। ਭੇਟਾ 500 ਰੁਪਈਆ, ਇੱਕ ਸ਼ਾਹੀ ਲਿਬਾਸ ਵਾਲੀ ਪੁਸ਼ਾਕ, ਜੜੀਦਾਰ ਜੋੜਾ, ਕੰਗਣਾਂ ਦੀ ਜੋੜੀ, ਹੱਥ ਦੀਆਂ ਉਂਗਲਾਂ ਵਾਸਤੇ ਛਾਪ ਜਿਨ੍ਹਾਂ ਵਿੱਚ ਨਗ ਜੜੇ ਹੋਏ ਸਨ, ਸੋਨੇ ਦੀ ਛੜੀ, ਜਰੀਦਾਰ ਦਸਤਾਰ ਆਦਿ ਕਈ ਕੁਝ ਲੈ ਕੇ ਆਈ। ਹਜ਼ੂਰ ਨੇ ਹੱਸ ਕੇ ਆਖਿਆ, ਇਹਦੀ ਕੀ ਲੋੜ ਸੀ, ਸਾਡੇ ਕਿਸ ਕੰਮ? ਬੇਗਮ ਨੇ ਸਿਰ ਨਵਾ ਕੀਤੀ। ਹਜ਼ੂਰ,
ਇਹ ਦਾਤ ਵੀ, ਪੁੱਤਰ ਦੀ ਦਾਤ, ਇਹ ਸਭ ਕੁਝ ਤੁਹਾਡਾ ਹੀ ਹੈ, ਕੰਮ ਆ ਜਾਏਗਾ। ਬੇਨਤੀ ਉਪਰੰਤ ਹਜ਼ੂਰ ਨੇ ਸਭ ਚੀਜ਼ਾਂ ਪ੍ਰਵਾਨ ਕਰ ਲਈਆਂ। ਸ਼ਾਹੀ ਲਿਬਾਸ ਕਦੇ ਕਦੇ ਰਾਤ ਨੂੰ ਪਹਿਨਦੇ, ਫਿਰ ਰਜਾਈ ਦੀ ਬੁੱਕੜ ਮਾਰ ਕੇ ਕੁਝ ਸਮਾਂ ਬੈਠੇ ਰਹਿਣਾ, ਫਿਰ ਖਜ਼ਾਨੇ ਵਿੱਚ ਸੰਭਾਲ ਦੇਣਾ। ਸੋਟੀ ਦੇ ਅੱਜ ਵੀ ਦਰਸ਼ਨ ਕਰਾਏ ਜਾਂਦੇ ਹਨ। ਇਹਨੂੰ ਰਾਣੀ ਵਾਲੀ ਸੋਟੀ ਆਖਦੇ ਹਨ। ਹਜ਼ੂਰ ਦੇ ਸਮੇਂ ਜੇ ਕੋਈ ਬਿਮਾਰ ਹੋ ਜਾਂਦਾ ਤਾਂ ਬਚਨ ਕਰਦੇ ਸਨ, ਰਾਣੀ ਵਾਲੀ ਸੋਟੀ ਇਹਦੇ ਨਾਲ ਪਾ ਦਿਓ, ਠੀਕ ਹੋ ਜਾਏਗਾ। ਇਸ ਤਰ੍ਹਾਂ ਬਿਮਾਰ ਨੂੰ ਆਰਾਮ ਆ ਜਾਂਦਾ। ਸੋਟੀ ਪਥਰਾਏ ਇੱਕ ਹੋਰ ਪ੍ਰਸੰਗ ਹੈ। ਕੱਚੀ ਪੁੱਚੋ ਦੇ ਸੇਵਕ ਭਾਈ ਜੈਮਲ ਸਿੰਘ ਦੇ 3 ਲੜਕੇ ਸਨ। ਜਲੌਰ ਸਿੰਘ ਉਮਰ 27 ਸਾਲ, ਜਿਉਣ ਸਿੰਘ ਉਮਰ 22 ਸਾਲ, ਦੋਵੇਂ ਸ਼ਾਦੀशुदा ਸਨ। ਅਚਾਨਕ ਦੋਨਾਂ ਦੀ ਮੌਤ ਹੋ ਗਈ। ਵਿਚਕਾਰਲਾ ਲੜਕਾ ਇਸ਼ਤ ਸਿੰਘ ਕੁਆਰਾ ਸੀ। ਇੱਕ ਮਾਈ ਨੇ ਇਹਦੇ ਤੇ ਚੱਦਰ ਪਾ ਦਿੱਤੀ। ਪਿਤਾ ਜੈਮਲ ਸਿੰਘ ਪੁੱਤਰਾਂ ਦੀ ਮੌਤ ਦਾ ਸਦਮਾ ਨਾ ਚੱਲ ਸਕਿਆ, ਉਹ ਵੀ ਚੜ੍ਹਾਈ ਕਰ ਗਿਆ। ਹਜ਼ੂਰ ਨੇ ਬਚਨ ਕੀਤਾ, ਤੁਸੀਂ ਪਹਿਲਾਂ ਕਿਉਂ ਨਹੀਂ ਦੱਸਿਆ? ਉਹਨੇ ਅਜੇ ਨਹੀਂ ਮਰਨਾ ਸੀ। ਉਹਦੇ ਕਰੀਬ ਅਜੇ 27 ਸਾਲ ਬਾਕੀ ਸਨ। ਉਸਨੂੰ ਜਾਣ ਨਹੀਂ ਦੇਣਾ ਸੀ। ਚੰਗਾ, ਇਸ ਘਰ ਵਿੱਚ ਹੀ ਫਿਰ ਜਨਮ ਲਵੇਗਾ। 1 ਸਾਲ ਬਾਅਦ ਇਸ਼ਤ ਸਿੰਘ ਦੇ ਘਰ ਲੜਕਾ ਪੈਦਾ ਹੋਇਆ। ਬਾਬਾ ਜੀ ਪਾਸ ਲੜਕੇ ਬਾਰੇ ਦੱਸਿਆ ਤਾਂ ਬਚਨ ਹੋਇਆ, ਇਹ ਜੈਮਲ ਸਿੰਘ ਗਿੱਲ ਮੁੜ ਕੇ ਆਇਆ ਹੈ। ਆਪਣੇ ਘਰ ਵਿੱਚ ਹੀ 27 ਸਾਲ ਦੀ ਬਾਕੀ ਉਮਰ ਗੁਜ਼ਾਰੇਗਾ ਅਤੇ ਬਾਕੀ ਹੋਰ ਉਮਰ ਵੀ ਲਵੇਗਾ ਜੋ ਇਸ ਜਨਮ ਦੀ ਹੈ। 27 ਸਾਲ ਬਾਅਦ ਇਸ ਲੜਕੇ ਗੁਰਬਚਨ ਸਿੰਘ ਦੇ ਕਈ ਵੱਜਣ ਕਰਕੇ ਲੱਤ ਖਰਾਬ ਹੋ ਗਈ। ਡਾਕਟਰ ਨੇ ਸਲਾਹ ਦਿੱਤੀ ਇਹਦੀ ਲੱਤ ਕੱਟਣੀ ਪਏਗੀ ਕਿਉਂਕਿ ਪਲਮ ਦੌੜ ਗਈ ਹੈ। ਹਜ਼ੂਰ ਉਸ ਸਮੇਂ ਚੋਲਾ ਛੱਡ ਗਏ ਸਨ। ਗੁਰਬਚਨ ਸਿੰਘ ਮਾਮੇ ਮੋਤਾ ਸਿੰਘ ਕਾਹਨ ਸਿੰਘ ਵਾਲਾ ਨੂੰ ਮਹਾਂਪੁਰਖਾਂ ਦਾ ਬਚਨ ਯਾਦ ਆਇਆ, ਇਹ ਇਸ ਜਨਮ ਦੀ ਉਮਰ ਭੋਗੇਗਾ, ਚਲੋ ਉੱਥੇ ਹੀ ਲੈ ਕੇ ਜਾਂਦੇ ਹਾਂ। ਗੁਰਬਚਨ ਸਿੰਘ ਨੂੰ ਨਾਲ ਲੈ ਕੇ ਬਾਬਾ ਜੀ ਦੇ ਡੇਰੇ ਪਹੁੰਚ ਗਏ। ਉਸ ਸਮੇਂ ਗੱਦੀ ਉੱਪਰ ਬਾਬਾ ਨਾਰਾਇਣ ਸਿੰਘ ਜੀ ਮਹਾਰਾਜ ਬਿਰਾਜਮਾਨ ਸਨ। ਉਹਨਾਂ ਪਾਸ ਬੇਨਤੀ ਕੀਤੀ ਗਈ, ਮਹਾਰਾਜ ਇਹਦੀ ਲੱਤ ਕੱਟਣੀ ਪਏਗੀ, ਕਿਰਪਾ ਕਰੋ। ਬਾਬਾ ਜੀ ਨੇ ਬਚਨ ਕੀਤਾ, ਕੋਈ ਗੱਲ ਨਹੀਂ, ਉਹਨਾਂ ਦੇ ਬਚਨਾਂ ਨਾਲ ਪੈਦਾ ਹੋਇਆ ਹੈ, ਇਹਦਾ ਵਾਲ ਵੀ ਵਿੰਗਾ ਨਹੀਂ ਹੁੰਦਾ। ਇਹ ਰਾਣੇ ਵਾਲੀ ਸੋਟੀ ਇਹਦੇ ਨਾਲ ਪਾ ਦਿਓ, ਠੀਕ ਹੋ ਜਾਏਗਾ। ਬਚਨ ਅਟਲ ਹੋ ਗਿਆ। ਗੁਰਬਚਨ ਸਿੰਘ ਠੀਕ ਹੋ ਗਿਆ ਅਤੇ ਇਹ ਸਰਦਾਰ ਗੁਰਬਚਨ ਸਿੰਘ 17 ਲਿਖਣ ਵੇਲੇ ਤੱਕ ਮੌਜੂਦ ਹੈ। ਅੰਦਾਜ਼ਾ ਕੋਈ ਸਾਲ ਕੁ ਪਹਿਲਾਂ ਇੱਕ ਸੇਠ ਅੰਬੋਹਰ ਤੋਂ ਬਾਬਾ ਜੀ ਦੇ ਡੇਰੇ ਆਇਆ ਸੀ, ਜਿਸ ਨੇ ਦੱਸਿਆ ਕਿ ਗਾਮਾ ਸਾਸਣ ਦਾ ਲੜਕਾ ਸਾਡੀ ਰਿਆਸਤ ਬਹਾਵਲਪੁਰ ਦਾ ਰਾਜਾ ਸੀ। ਬਟਵਾਰਾ ਹੋਣ ਤੋਂ ਬਾਅਦ ਅਸੀਂ ਅੰਬੋਹਰ ਆ ਗਏ। ਇਹ ਸੇਠ ਦੇ ਬਚਨ ਦਾਸ ਚਰਨਜੀਤ ਸਿੰਘ ਨੇ ਡੇਰੇ ਤੋਂ ਹੀ ਸੁਣੇ ਨੇ। ਸੇਮਾ ਪਿੰਡ ਦਾ ਪ੍ਰੇਮੀ ਸਰਦਾਰ ਅਤਰ ਸਿੰਘ, ਜਿਸ ਨੇ ਰੂਮੀ ਰਹਿੰਦੇ ਸਮੇਂ ਬਾਬਾ ਜੀ ਦੀ ਅਣਥੱਕ ਸੇਵਾ ਕੀਤੀ। ਸਰਦਾਰ ਅਤਰ ਸਿੰਘ ਦੇ ਘਰ 2 ਲੜਕੀਆਂ ਸਨ। ਬਾਬਾ ਜੀ ਪਾਸ ਬੇਨਤੀ ਕਰਨ ਉਪਰੰਤ 2 ਲੜਕਿਆਂ ਨੇ ਜਨਮ ਲਿਆ। ਵੱਡੇ ਦਾ ਨਾਮ ਗੁਰਦੀਪ ਸਿੰਘ ਤੇ ਛੋਟਾ ਕਾਕੜ ਸਿੰਘ। ਸਰਦਾਰ ਅਤਰ ਸਿੰਘ ਤੋਂ ਬਾਅਦ ਗੁਰਦੀਪ ਸਿੰਘ ਵੀ ਸੇਵਾ ਕਰਦਾ ਰਿਹਾ, ਜਿਸ ਨੂੰ ਬਾਬਾ ਜੀ ਮਹਾਰਾਜ ਬਾਦਸ਼ਾਹ ਕਿਹਾ ਕਰਦੇ ਸਨ। ਇਹਨਾਂ ਬਾਰੇ ਪਿਛਲੇ ਹਿੱਸਿਆਂ ਵਿੱਚ ਦੱਸਿਆ ਜਾ ਚੁੱਕਿਆ। ਗੁਰਦੀਪ ਸਿੰਘ ਜਵਾਨ ਹੋ ਗਿਆ ਤੇ ਸ਼ਾਦੀ ਹੋ ਗਈ। ਉਹਨਾਂ ਦੇ ਘਰ ਲੜਕਾ ਪੈਦਾ ਹੋਇਆ ਤਾਂ ਘਰ ਵਾਲਿਆਂ ਨੇ ਵਿਚਾਰ ਕੀਤੀ ਕਾਕੇ ਦਾ ਨਾਮ ਬਾਬਾ ਜੀ ਤੋਂ ਹੁਕਮ ਲੈ ਕੇ ਰੱਖਿਆ ਜਾਏ। ਬੱਚੇ ਨੂੰ ਲੈ ਕੇ ਪਰਿਵਾਰ ਵਾਲੇ ਬਾਬਾ ਜੀ ਦੇ ਚਰਨਾਂ ਵਿੱਚ ਆ ਗਏ। ਗੁਰਦੀਪ ਸਿੰਘ ਨੇ ਬੇਨਤੀ ਕੀਤੀ, ਮਹਾਰਾਜ ਕਾਕੇ ਨੇ ਜਨਮ ਲਿਆ ਹੈ, ਮਿਹਰ ਕਰੋ, ਇਹਦਾ ਨਾਮ ਕੀ ਰੱਖੀਏ? ਹਜ਼ੂਰ ਬਾਬਾ ਜੀ ਨੇ ਬਚਨ ਕੀਤਾ, ਝੰਡਾ ਸਿੰਘ। ਕੁਝ ਸਮੇਂ ਬਾਅਦ ਦੂਜਾ ਬੱਚਾ ਪੈਦਾ ਹੋਇਆ। ਫਿਰ ਪੁੱਛੋ ਬਾਬਾ ਜੀ ਕੋਲ ਨਾਮ ਰੱਖਣ ਲਈ ਆਏ। ਬਾਬਾ ਜੀ ਨੇ ਹੁਕਮ ਕੀਤਾ, ਝੰਡਾ ਸਿੰਘ। ਨਾਮ ਸੁਣ ਉਪਰੰਤ ਗੁਰਦੀਪ ਸਿੰਘ ਨੇ ਬੇਨਤੀ ਕੀਤੀ, ਗਰੀਬ ਰਿਵਾਜ, ਪਹਿਲੇ ਦਾ ਨਾਮ ਹੀ ਝੰਡਾ ਸਿੰਘ, ਦੂਜੇ ਦਾ ਨਾਮ ਹੀ ਝੰਡਾ ਸਿੰਘ। ਇੱਕ ਨੂੰ ਬੁਲਾਵਾਂਗੇ, ਦੋਵੇਂ ਭੱਜੇ ਆਉਣਗੇ। ਕਾਗਜ਼ਾਂ ਵਿੱਚ ਉਂਝ ਵੀ ਠੀਕ ਨਹੀਂ ਹੋਵੇਗਾ। ਬੇਨਤੀ ਸੁਣਨ ਉਪਰੰਤ ਹੱਸ ਕੇ ਬਚਨ ਕੀਤਾ, ਪਹਿਲਾ ਵੱਡਾ ਝੰਡਾ ਸਿੰਘ, ਦੂਜਾ ਛੋਟਾ ਝੰਡਾ ਸਿੰਘ। ਲਓ, ਪੈ ਗਿਆ ਨਾ ਫਰਕ। ਉਸ ਤੋਂ ਬਾਅਦ 2 ਲੜਕੇ ਹੋਏ ਤਾਂ ਨਹੀਂ ਆਏ ਤੇ ਘਰ ਵਿੱਚ ਹੀ ਨਾਮ ਰੱਖ ਲਿਆ। ਇੱਕ ਦਾ ਨਾਮ ਚੰਦ ਸਿੰਘ ਤੇ ਦੂਜੇ ਦਾ ਤਾਰਾ ਸਿੰਘ। ਸਮਾਂ ਪਾ ਕੇ ਗੁਰਦੀਪ ਸਿੰਘ ਦੇ ਪਰਿਵਾਰ ਦਰਸ਼ਨ ਕਰਨ ਆਇਆ। ਬੱਚੇ ਖੇਡਣ ਲੱਗ ਪਏ। ਆਪ ਦੋਨੋਂ ਬਾਬਾ ਜੀ ਕੋਲ ਬੈਠ ਗਏ। ਮਾਈ ਨੇ ਆਵਾਜ਼ ਦੇ ਕੇ ਬੱਚਿਆਂ ਨੂੰ ਬੁਲਾਇਆ, ਚੰਦ ਸਿੰਘ, ਤਾਰਾ ਸਿੰਘ, ਇੱਧਰ ਆਓ। ਬਾਬਾ ਜੀ ਨੇ ਪੁੱਛਿਆ, ਇਹ ਚੰਦ ਸਿੰਘ ਤੇ ਤਾਰਾ ਸਿੰਘ ਕੌਣ ਹਨ? ਮਾਈ ਨੇ ਉੱਤਰ ਦਿੱਤਾ, ਇਹ ਝੰਡੇ ਹੋਰਾਂ ਦੇ ਦੋਵੇਂ ਛੋਟੇ ਭਰਾ ਹਨ। ਬਾਬਾ ਜੀ ਨੇ ਬਚਨ ਕੀਤਾ, ਮਾਈ, ਤੇਰੇ ਚੰਦ ਸਿੰਘ ਨੇ ਗੋਡੀ ਮਾਰ ਜਾਣੀ ਹੈ ਤੇ ਤੇਰੇ ਤਾਰੇ ਨੇ ਛਿਪ ਜਾਣਾ ਹੈ, ਪਰ ਜੇ ਤੁਸੀਂ ਹੁਕਮ ਨਾਲ ਰੱਖਦੇ ਤਾਂ 7 ਝੰਡੇ ਹੋਣੇ ਸਨ। ਮਾਈ ਇਸ ਰਮਈ ਨੂੰ ਸਮਝ ਨਾ ਸਕੀ, ਭੁੱਲ ਬਖਸ਼ਾਉਣ ਲਈ ਕੋਈ ਬੇਨਤੀ ਨਾ ਕੀਤੀ। ਕੁਝ ਦਿਨਾਂ ਬਾਅਦ ਦੋਵੇਂ ਲੜਕੇ ਸਵਰਗਵਾਸ ਹੋ ਗਏ। ਫਿਰ 2 ਹੋਰ ਵੀ ਹੋਏ, ਪਰ ਕੋਈ ਨਾ ਬਚਿਆ। ਝੰਡਾ ਸਿੰਘ ਦੋਨਾਂ ਦੇ ਪਰਿਵਾਰ ਤੇ ਅੱਜ ਤੱਕ ਬਾਬਾ ਜੀ ਦੇ ਦਰ ਘਰ ਦੀ ਸੇਵਾ ਕਰਦੇ ਆ ਰਹੇ ਹਨ।
ਬਾਬਾ ਜੀ ਦੇ ਕੌਤਕਾਂ ਵਿੱਚ ਇੱਕ ਪ੍ਰਤੱਖ ਪ੍ਰਮਾਣ। ਇੱਕ ਵਾਰ ਮਾਝੀ ਦੀ ਸੰਗਤ ਬਾਬਾ ਆਨੰਦ ਸਿੰਘ ਜੀ ਮਹਾਰਾਜ ਦੇ ਹੁਕਮ ਅਨੁਸਾਰ ਪੁੱਛੋ ਬਾਬਾ ਮਹਾਰਾਜ ਦੇ ਦਰਸ਼ਨਾਂ ਲਈ ਆਈ। ਮਾਈ ਭਾਗਣ ਵੀ ਸੰਗਤ ਵਿੱਚ ਸੀ। ਇਹਦਾ ਪਿੰਡ ਚੁੰਨੀਆਂ, ਜ਼ਿਲ੍ਹਾ ਲਾਹੌਰ ਸੀ। ਨੇ ਬਾਬਾ ਜੀ ਪਾਸ ਬੇਨਤੀ ਕੀਤੀ, ਮਹਾਰਾਜ ਇਹ ਲੜਕੀ ਜੋ ਮੇਰੀ ਪੋਤਰੀ ਹੈ ਰਾਤ ਨੂੰ ਸੁੱਤੀ ਦੰਦ ਕਰੀਚਦੀ ਹੈ। ਬਾਬਾ ਜੀ ਨੇ ਬਚਨ ਕੀਤਾ, ਇਹ ਖਸਮ ਨੂੰ ਖਾਣੀ ਹੈ, ਖਸਮ ਨੂੰ ਖਾਏਗੀ, ਭਾਵ ਵਿਧਵਾ ਹੋ ਜਾਏਗੀ। ਇਹ ਸੁਣ ਕੇ ਮਾਈ ਭਾਗਣ ਅੱਖਾਂ ਭਰ ਆਈ ਤੇ ਬੇਨਤੀ ਕਰਨ ਲੱਗੀ, ਮਹਾਰਾਜ ਇਹਦੇ 'ਤੇ ਕਿਰਪਾ ਕਰੋ, ਮੇਰੇ ਦੇ ਘਰ ਵਿੱਚ ਆਓ। ਬਾਬਾ ਜੀ ਨੇ ਬਚਨ ਕੀਤਾ, ਤੂੰ ਪੁੱਛਿਆ ਅਸੀਂ ਦੱਸ ਦਿੱਤਾ। ਇਹ ਕੋਈ ਸਰਾਪ ਵਾਲੀ ਗੱਲ ਤੇ ਨਹੀਂ, ਇਹ ਅਟਲ ਸੱਚਾਈ ਹੈ। ਮਾਈ ਨੇ ਫੇਰ ਤਰਲਾ ਕੀਤਾ, ਪਾਤਸ਼ਾਹ ਤੁਸੀਂ ਬਖਸ਼ਿੰਦੋ, ਤੁਸੀਂ ਅਟਲ ਨੂੰ ਟਾਲ ਸਕਦੇ ਹੋ, ਸਾਡੇ ਤੇ ਰਹਿਮ ਕਰੋ। ਮਹਾਰਾਜ ਬਾਬਾ ਜੀ ਨੇ ਬਚਨ ਕੀਤਾ, ਅੱਛਾ ਜੇ ਬਹੁਤੀ ਜਿੱਦ ਕਰਦੀ ਹੈ ਤਾਂ ਕੁਝ ਹੰਢਾ ਕੇ, ਭਾਵ 10-15 ਸਾਲ ਪਰ ਖਾਏਗੀ ਜ਼ਰੂਰ। ਸੋ ਇਹ ਵੀ ਹੁਕਮ ਅਨੁਸਾਰ ਹੀ ਵਰਤਿਆ। ਜਿੰਨੀ ਦੇਰ ਦਾ ਸਮਾਂ ਮਾਈ ਭਾਗਣ ਦੇ ਬੇਨਤੀ ਕਰਨ ਨਾਲ ਮਿਲਿਆ, ਚੰਗਾ ਸੁੱਖ ਦਾ ਲੰਘਿਆ। ਸੰਤ ਚਿੰਤ ਰਾਮ ਜੀ ਨੇ ਸੇਵਾ ਵਿੱਚ ਦਾਖਲ ਹੋਣਾ। ਹਜੂਰ ਬਾਬਾ ਜੀ ਦੀ ਸੇਵਾ ਵਿੱਚ ਇੱਕ ਮਹਾਂਪੁਰਖ ਰਹੇ ਸਨ, ਜਿਨ੍ਹਾਂ ਨੂੰ ਸੰਤ ਚਿੰਤ ਰਾਮ ਜੀ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਆਪ ਜੀ ਦਾ ਜਨਮ ਬ੍ਰਾਹਮਣ ਪਰਿਵਾਰ ਵਿੱਚ ਇੱਕ ਪਿੰਡ ਠਿਕਰੀਵਾਲਾ ਵਿਖੇ ਹੋਇਆ। ਸੇਵਾ ਸਿੰਘ ਠਿਕਰੀਵਾਲਾ ਦਾ ਪਿੰਡ ਉਸ ਸਮੇਂ ਪਟਿਆਲਾ ਰਿਆਸਤ ਵਿੱਚ ਸੀ। ਸ਼ਾਂਤ ਸੁਭਾਅ, ਦ੍ਰਿੜ ਇਰਾਦੇ ਵਾਲੇ, ਸਿਮਰਨ ਭਗਤੀ ਭਾਵਨਾ ਤੇ ਉਪਾਸਨਾ ਦੇ ਧਨੀ ਮਹਾਤਮਾ ਸਨ। ਕਈ ਘੰਟੇ ਸਮਾਧੀ ਸਥਿਰ ਰਹਿ ਕੇ ਸ਼ਿਵਜੀ ਮਹਾਰਾਜ ਦੀ ਉਪਾਸਨਾ ਕਰਦੇ ਸਨ। ਮੰਦਰ ਵਿੱਚ ਆਰਤੀ ਕਰਨੀ, ਸੇਵਾ ਕਰਨੀ ਰੋਜ਼ ਦਾ ਪਰਨ ਸੀ। ਉਪਾਸਨਾ ਉਪਰੰਤ ਇੱਕ ਦਿਨ ਸ਼ਿਵਜੀ ਦੇ ਅਸਥਾਨ ਸ਼ਿਵਲਿੰਗ ਤੇ ਬਹੁਤ ਭਾਰੀ ਸੱਪ ਦਿਖਾਈ ਦਿੱਤਾ। ਆਪਨੇ ਸਿਮਰਨ ਨਹੀਂ ਛੱਡਿਆ। ਫਿਰ ਇੱਕ ਦਿਨ ਸ਼ਿਵਜੀ ਮਹਾਰਾਜ ਨੇ ਪ੍ਰਤੱਖ ਦਰਸ਼ਨ ਹੋਏ ਤੇ ਆਵਾਜ਼ ਆਈ, ਕੁਝ ਮੰਗ ਲਓ। 3 ਵਾਰ ਇਹੀ ਆਵਾਜ਼ ਆਈ। ਆਪ ਜੀ ਦੇ ਮੁਖ ਤੋਂ ਕੋਈ ਜਵਾਬ ਨਾ ਨਿਕਲਿਆ। ਅਡੋਲ ਦੇਖਦੇ ਰਹੇ। ਆਖਰੀ ਬਚਨ ਹੋਇਆ, ਕਿਸੇ ਮਹਾਂਪੁਰਖ ਦੀ ਸੰਗਤ ਕਰ। ਬਚਨ ਉਪਰੰਤ ਸ਼ੰਕਰ ਜੀ ਅਲੋਪ ਹੋ ਗਏ। ਆਪਣੇ ਆਪ ਮਿਲਾਪ ਦੀ ਵਿਧੀ ਨਿਰੰਕਾਰ ਆਪ ਬਣਾ ਦਿੰਦਾ ਹੈ। ਚਿੰਤ ਰਾਮ ਜੀ ਆਪਣੀ ਬਰਾਦਰੀ ਅੰਦਰ ਕਿਸੇ ਲੜਕੀ ਦੀ ਜੰਝ ਵਿੱਚ ਸ਼ਾਮਿਲ ਹੋ ਕੇ ਸੇਮੀ ਨਗਰ ਵਿੱਚ ਪਹੁੰਚੇ ਤਾਂ ਆਪ ਜੀ ਦੇ ਕੰਨੀ ਬਾਬਾ ਜੀ ਦੀ ਸਰੋਤ ਪਈ। ਬੜੀ ਉਤਸੁਕਤਾ ਨਾਲ ਬਾਬਾ ਜੀ ਦੀ ਪ੍ਰੋੜਤਾ ਸੁਣੀ ਤੇ ਦਰਸ਼ਨਾਂ ਲਈ ਵਿਆਕੁਲ ਹੋ ਉੱਠਿਆ ਕਿ ਕਿਹੜੇ ਸਮੇਂ ਮਹਾਂਪੁਰਖਾਂ ਦੇ ਦਰਸ਼ਨ ਹੋਣ। ਪੁੱਛੋ ਕਲਾ ਵੱਲ ਨੂੰ ਚੱਲ ਪਿਆ। ਜਾਂਝੀਆਂ ਵਾਲੇ ਸੋਹਣੇ ਕੱਪੜੇ, ਗਲ ਵਿੱਚ ਸੋਨੇ ਦਾ ਕੈਠਾ, ਤਿੱਲੇ ਵਾਲੀ ਜੁੱਤੀ, ਜਵਾਨ ਅਵਸਥਾ ਦਰਸ਼ਨ ਕਰਨ ਲਈ ਹੁਕਮ ਅਨੁਸਾਰ ਹਜੂਰ ਦੇ ਸਾਹਮਣੇ ਆਏ। ਨਮਸਕਾਰ ਕਰਕੇ ਬੈਠਣ ਲੱਗੇ। ਆਪਣੇ ਆਪ ਹੀ ਬੋਲ ਪਏ ਕਿ ਮਹਾਰਾਜ ਮੈਂ ਆ ਗਿਆ ਹਾਂ। ਹਜੂਰ ਨੇ ਥੋੜ੍ਹਾ ਮੁਸਕਰਾ ਕੇ ਕਿਹਾ, ਅਜੇ ਤਾਂ ਜੰਜਾਂ ਵੇਖਦਾ, ਮਠਿਆਈਆਂ ਖਾਂਦਾ ਫਿਰਦਾ, ਜਦੋਂ ਸਾਡਾ ਬਣ ਕੇ ਆਵੇਂਗਾ ਉਸ ਵਕਤ ਵੇਖਾਂਗੇ। ਚਿੰਤ ਰਾਮ ਜੀ ਮੱਥਾ ਟੇਕ ਕੇ ਵਾਪਸ ਚਲੇ ਗਏ, ਪਰ ਤਨ ਇੱਥੇ ਹੀ ਛੱਡ ਗਏ ਕਿਉਂਕਿ ਰਮਜ ਪਛਾਣਨ ਵਿੱਚ ਦੇਰ ਨਾ ਲੱਗੀ। ਘਰ ਪਰਤੇ ਤੇ ਕੱਪੜੇ ਬਦਲੇ ਉਸੇ ਸਮੇਂ ਹੀ ਵਾਪਸ ਆ ਗਏ। ਬਾਬਾ ਜੀ ਦੇ ਚਰਨਾਂ ਵਿੱਚ ਆ ਕੇ ਫਿਰ ਦਸਤਕ ਦਿੱਤੀ। ਹਜੂਰ ਬਹੁਤ ਪ੍ਰਸੰਨ ਹੋਏ ਤੇ ਮਰਿਆਦਾ ਅਨੁਸਾਰ ਸਾਰੀ ਸ਼ਰਾਂ ਕੀਤੀ। ਸ਼ਰਾਂ ਅੰਦਰ ਕਈਆਂ ਜਗ੍ਹਾ ਤੇ ਮੱਥੇ ਟਿਕਾਉਂਦੇ, ਲੰਮੇ ਪਾਉਂਦੇ। ਆਪਣੀ ਆਸਣ ਦੇ ਪਿੱਛੇ ਬੜੀ ਥੋੜ੍ਹੀ ਜਿਹੀ ਜਗ੍ਹਾ ਸੀ ਜਿਸ ਨੂੰ ਉਹ ਸ਼ੌਕੀਨ ਘਰ ਰੱਖਦੇ ਸਨ। ਉੱਥੇ ਲੰਮਾ ਪਾਉਂਦੇ। ਜੇ ਕਿਸੇ ਪੁੱਛਣਾ ਤਾਂ ਆਖਦੇ, ਇੱਥੇ ਬੜੇ ਤਪਸਵੀਆਂ ਨੇ ਤਪ ਕੀਤਾ ਹੈ, ਇਹ ਜਗ੍ਹਾ ਪਵਿੱਤਰ ਹੈ, ਆਦਮੀ ਦੇ ਹੱਥ ਘੁੱਟਣੇ ਕਹਿੰਦੇ। ਤੁਹਾਡੇ ਤੇ ਸਾਡੀ ਮੋਹਰ ਲੱਗ ਜਾਂਦੀ ਹੈ, ਪਰ ਲੋਕ ਵਿੱਚ ਜਾਓਗੇ ਤਾਂ ਇਹ ਵੇਖ ਕੇ ਤੁਹਾਨੂੰ ਕੋਈ ਕੁਝ ਨਹੀਂ ਕਹੇਗਾ, ਸਿੱਧਾ ਸਾਡੇ ਪਾਸ ਪਹੁੰਚਾ ਦਿੱਤਾ ਜਾਏਗਾ। ਸ਼ੌਕੀਨ ਘਰ ਅਤੇ ਆਪਣੇ ਹੱਥਾਂ ਨਾਲ ਘੁੱਟਣ ਦੀ ਸ਼ਰਾਂ ਕਿਸੇ ਦੀ ਹੀ ਕਰਦੇ ਸਨ। ਸ਼ੌਕੀਨ ਘਰ ਦੀ ਜਗ੍ਹਾ ਬਾਬਾ ਜੀ ਦੇ ਆਸਣ ਦੇ ਪਿੱਛੇ ਸੀ। ਆਮ ਚੀਜ਼ਾਂ ਜਿਵੇਂ ਖੰਡ, ਦੁੱਧ, ਆਟਾ ਆਦਿ ਦੀ ਸ਼ਰਾਂ ਹਜੂਰ ਦੇ ਆਸਣ ਦੇ ਅੱਗੇ ਹੁੰਦੀ। ਦੂਜੀ ਸ਼ਰਾਂ ਆਸਣ ਦੇ ਧਰੂ ਵਾਲੇ ਪਾਸੇ ਇੱਕ ਥੜਾ, ਜਿਸ ਨੂੰ ਜਰਮਨ ਦਾ ਥੜਾ ਆਖਦੇ ਸਨ, ਉਸ ਉੱਪਰ, ਅਤੇ ਤੀਸਰਾ ਆਸਣ ਤੋਂ ਦੱਖਣ ਵਾਲੇ ਪਾਸੇ ਤੇ ਪੂਰਬ ਵਾਲੇ ਪਾਸੇ ਪੱਕਾ ਥੜਾ, ਜਿਸ ਨੂੰ ਮਲਕਾ ਦਾ ਥੜਾ ਆਖਦੇ ਸੀ। ਇਹ ਮਰਿਆਦਾ ਅੱਜ ਤੱਕ ਪ੍ਰਚਲਿਤ ਹੈ। ਜਿਸ ਸਮੇਂ ਲੰਗਰ ਬਣ ਕੇ ਆਉਂਦਾ, ਹਜੂਰ ਉਸੇ ਦੀ ਸ਼ਰਾਂ ਕਰਾਉਂਦੇ। ਟੋਕਰੀ ਵਿੱਚੋਂ ਹੀ ਪ੍ਰਸ਼ਾਦੇ 2-2 ਚੁੱਕ ਕੇ ਖੱਬੇ ਤੇ ਸੱਜੇ ਤੋਂ ਖੱਬੇ ਸੇਵਕ ਨੇ ਕਰਨੇ। ਆਪ ਨੇ ਨਿਗਾਹ ਰੱਖਣੀ। ਇਸੇ ਤਰ੍ਹਾਂ ਹੀ ਦਾਲ ਦੀ ਕੜਛੀ ਭਰ ਲੈਣੀ ਤੇ ਖਾਲੀ ਕਰ ਦੇਣੀ। ਕੁਝ ਸਮੇਂ ਬਾਅਦ ਬਚਨ ਕਰਨਾ, ਜਾਓ, ਸ਼ੁੱਧ ਹੈ, ਵਰਤਾਓ। ਲੰਗਰ ਦੀ ਰੋਟੀ ਅਣਚੋਪੜੀ ਤੇ ਇਕੱਲੇ ਲੂਣ ਵਾਲੀ ਮੂੰਗੀ ਦੀ ਦਾਲ, 4 ਸੇਰ ਆਟਾ ਤੇ 1.25 ਸੇਰ ਮੂੰਗੀ ਦੀ ਦਾਲ ਬਣਦੀ। ਸੰਗਤ ਕਿੰਨੀ ਵੀ ਆ ਜਾਵੇ, ਲੰਗਰ ਅਟੁੱਟ ਵਰਤਦਾ ਸੀ। ਲੰਗਰ ਵਿੱਚ ਘਿਓ ਦੀ ਦੇਗ ਬੁੱਧਵਾਰ ਬਣਦੀ ਸੀ। ਹੁਕਮ ਹੋਇਆ, ਸਾਲ ਬਾਅਦ 1 ਪਾਈਆ ਰਾਸ਼ਨ ਦੇਗ ਵੱਧ ਜਾਇਆ ਕਰੇਗਾ। ਹੁਣ ਮੌਜੂਦਾ ਬਾਬਾ ਖੇਮ ਸਿੰਘ ਜੀ 2 ਜਾਂ 3 ਕੜਾਹੇ ਪ੍ਰਸ਼ਾਦ ਜਾਂ ਚੌਲਾਂ ਦੇ ਪੁਲਾਅ ਵਿੱਚ ਤਿਆਰ ਕਰਾਉਂਦੇ ਹਨ। ਹੁਣ ਸੰਤ ਚਿੰਤ ਰਾਮ ਜੀ ਨੂੰ ਗੁਰਮੰਤਰ ਦਾ ਜਾਪ ਕਰਨ ਦੀ ਜੁਗਤੀ ਦਿੱਤੀ। ਗੁਰਮੰਤਰ ਗੁਪਤ ਹੈ।
ਉਸ ਗੁਰਮੰਤਰ ਦੇ ਆਰਾਧਨਾ ਦੀ ਮਰਿਆਦਾ ਇਹ ਸੀ ਕਿ ਸਵੇਰੇ ਸੂਰਜ ਚੜ੍ਹਨ ਵੇਲੇ ਉਸ ਵੱਲ ਮੂੰਹ ਕਰਕੇ ਖੜੇ ਹੋਣਾ, ਅੰਗ ਨਹੀਂ ਹਿਲਾਉਣਾ, ਅੱਖਾਂ ਖੋਲ੍ਹ ਕੇ ਸੂਰਜ ਵੱਲ ਵੇਖਣਾ, ਪਲਕਾਂ ਨੂੰ ਟਿਕਾ ਕੇ ਫਰਕਾਉਣਾ ਨਹੀਂ। ਜਿਵੇਂ ਜਿਵੇਂ ਸੂਰਜ ਉੱਪਰ ਨੂੰ ਆਵੇ ਉਸੇ ਤਰ੍ਹਾਂ ਦੀ ਨਿਗਾਹ ਰੱਖਣੀ। ਸ਼ਾਮਾਂ ਤੱਕ ਸਰੀਰ ਨੇ ਡਿੱਗ ਪੈਣਾ। ਫਿਰ ਸ਼ਾਮ ਨੂੰ ਹੁਕਮ ਅਨੁਸਾਰ ਜਲ ਪਾਣੀ ਕਰਨਾ। ਅਗਲੇ ਦਿਨ ਫੇਰ ਉਹੀ ਕਰਮ ਆਰੰਭ ਕਰਨਾ। ਕਠਿਨ ਕਮਾਈ ਸੀ। ਗਰਮੀ ਦੀ ਰੁੱਤ ਵਿੱਚ ਸੂਰਜ ਦੇ ਸਾਹਮਣੇ ਸਾਰਾ ਦਿਨ ਖੜੇ ਰਹਿਣਾ। ਇਸ ਤਰ੍ਹਾਂ ਨਿਰਵਿਘਨ ਸਾਧਨਾ ਚੱਲਦੀ ਰਹੀ। ਸ਼ਾਮ ਨੂੰ ਹਜ਼ੂਰ ਨੇ ਆਤਮਿਕ ਬਲ ਨਾਲ ਸਰੀਰਕ ਸ਼ਕਤੀ ਬਖਸ਼ਣੀ ਅਤੇ ਸਵੇਰ ਤੋਂ ਫਿਰ ਉਸੇ ਹੀ ਤਪੱਸਿਆ ਵਿੱਚ ਲੱਗ ਜਾਣਾ। ਖੜੇ ਰਹਿਣ ਨਾਲ ਲੱਤਾਂ ਸੁੱਜ ਜਾਣੀਆਂ, ਕੀੜੀਆਂ ਨੇ ਕੱਟਣਾ, ਪਰ ਆਪ ਜੀ ਨੇ ਅਡੋਲ ਖੜੇ ਰਹਿਣਾ। ਇਰਾਦਾ ਦ੍ਰਿੜ ਸੀ। ਤਪੱਸਿਆ ਉਪਰੰਤ ਇੱਕ ਦਿਨ ਹੁਕਮ ਹੋਇਆ, ਚਿੰਤਰਾਮ ਨੂੰ ਹਾਜ਼ਰ ਕਰੋ। 2 ਸੇਵਕ ਬਾਹਾਂ ਤੋਂ ਫੜ ਕੇ ਲੈ ਆਏ। ਫਿਰ ਹੁਕਮ ਹੋਇਆ, ਇਸ਼ਨਾਨ ਕਰਾ ਕੇ ਲਿਆਓ। ਇਸ਼ਨਾਨ ਕਰਨ ਉਪਰੰਤ ਬਾਬਾ ਜੀ ਨੇ ਸਿਰ ਤੋਂ ਪੈਰਾਂ ਤੱਕ ਸ਼ਰਾਂ ਕੀਤੀ। ਇਸ ਸਮੇਂ ਨਿਗਾਹ ਤਕਰੀਬਨ ਬੰਦ ਹੋ ਗਈ ਸੀ ਸੂਰਜ ਵੱਲ ਵੇਖਣ ਕਰਕੇ। ਫਿਰ ਹਜ਼ੂਰ ਨੇ ਦੁਨਿਆਵੀ ਜੋਤ ਨੇਤਰਾਂ ਨੂੰ ਬਖਸ਼ੀ। ਜਿਸ ਸਮੇਂ ਹਜ਼ੂਰ ਜੀ ਦੀ ਸ਼ਰਾਂ ਕਰਾ ਰਹੇ ਸਨ ਤਾਂ ਸੰਤ ਚਿੰਤਰਾਮ ਜੀ ਨੇ ਇੱਕ ਬਚਨ ਕੀਤਾ, ਗੋਪੀਆਂ ਆਈਆਂ ਕਾਨ ਜੀ, ਗੋਪੀਆਂ ਆਈਆਂ। ਇਹੀ ਬਚਨ 3 ਵਾਰ ਕੀਤਾ। ਹਜ਼ੂਰ ਬਾਬਾ ਜੀ ਬਹੁਤ ਪ੍ਰਸੰਨ ਹੋਏ ਤੇ ਬਚਨ ਕੀਤਾ, ਹੁਣ ਇਸ ਨੂੰ ਇੰਦਰ ਦੀਆਂ ਅਪਸਰਾਂ ਨਗਨ ਹੋ ਕੇ ਭਰਮਾ ਰਹੀਆਂ ਹਨ, ਪਰ ਇਸ ਨੂੰ ਕ੍ਰਿਸ਼ਨ ਦੀਆਂ ਗੋਪੀਆਂ ਦਿਸ ਰਹੀਆਂ ਹਨ। ਹੁਣ ਬਿਰਤੀ ਨਹੀਂ ਡੋਲੇਗੀ। ਅਖੀਰ ਤੱਕ ਸੰਤ ਚਿੰਤਰਾਮ ਜੀ ਦੀ ਇਹੀ ਅਵਸਥਾ ਰਹੀ।